हाँ जी। एक्सरसाइज 9.1 द क्वेश्चन नंबर 12 है। वन ट्रॉली इज फुल ऑफ ब्रिक्स, इट इज 4 मीटर लॉन्ग, 2 मीटर वाइड एंड 60 सेंटीमीटर डीप। वन brick is of size 20 centimeter multiplied by 10 centimeter multiplied by 6 centimeter. How many bricks are there in the trolley? क्वेश्चन ਹੁਣ ਸਮਝਦੇ ਹਾਂ ਵੀ ਸਾਨੂੰ ਗਿਵਨ ਕੀ ਹੈ ਤੇ ਅਸੀਂ ਫਾਈਂਡ ਆਊਟ ਕੀ ਕਰਨਾ ਹੈ। ਦੇਖੋ ਫਸਟ ਲਾਈਨ ਨੂੰ ਅਗਰ ਅਸੀਂ ਰੀਡ ਕਰੀਏ ਤਾਂ ਵਨ ਟਰੋਲੀ ਇਜ਼ ਫੁੱਲ ਆਫ ਬ੍ਰਿਕਸ। ਇਟ ਮੀਨਸ ਕਿ ਕੋਈ ਇੱਕ ਟਰੋਲੀ ਹੈ ਜਿਸ ਦੇ ਵਿੱਚ ਜੋ ਹੈ ਮਤਲਬ ਇੱਟਾਂ ਰੱਖੀਆਂ ਹੋਈਆਂ ਹੈ ਤੇ ਜੋ ਟਰੋਲੀ ਹੈ ਉਹ ਬ੍ਰਿਕਸ ਦੇ ਨਾਲ ਇੱਟਾਂ ਦੇ ਨਾਲ ਜੋ ਹੈ ਫੁੱਲ ਹੈ, ਮਤਲਬ ਕਿ ਭਰੀ ਹੋਈ ਹੈ। ਇਸ ਤੋਂ ਬਾਅਦ ਹੈ ਜੀ ਇਟ ਇਜ਼ 4 ਮੀਟਰ ਲੌਂਗ, ਵੀ ਜੋ ਟਰੋਲੀ ਹੈ ਉਸ ਦੀ ਜੋ ਲੈਂਥ ਹੈ ਉਹ ਜੋ ਹੈ 4 ਮੀਟਰ ਹੈ, ਠੀਕ ਹੈ। ਤੇ 2 ਮੀਟਰ ਵਾਈਡ, 2 ਮੀਟਰ ਵਾਈਡ ਦਾ ਮੀਨਿੰਗ ਇਹ ਹੈ ਵੀ ਵਾਈਡ ਜੋ ਹੈ ਦੇਖੋ ਅਸੀਂ ਚੌੜਾਈ ਨੂੰ ਕਹਿੰਦੇ ਹਾਂ। ਵਾਈਡ ਹੋ ਗਿਆ, ਵਿਡਥ ਹੋ ਗਿਆ ਅਤੇ ਬ੍ਰੈਡਥ ਹੋ ਗਿਆ। ਇਹਨਾਂ ਤਿੰਨਾਂ ਦਾ ਇੱਕੋ ਹੀ ਮੀਨਿੰਗ ਹੈ, ਉਹ ਹੈ ਚੌੜਾਈ। ਇਟ ਮੀਨਸ ਕਿ ਜੋ ਟਰੋਲੀ ਦੀ ਜੋ ਚੌੜਾਈ ਹੈ, ਵਿਡਥ ਕਹਿ ਲਈਏ ਜਾਂ ਬ੍ਰੈਡਥ ਕਹਿ ਲਈਏ, ਉਹ ਜੋ ਹੈ 2 ਮੀਟਰ ਹੈ। ਐਂਡ 60 ਸੈਂਟੀਮੀਟਰ ਜੋ ਹੈ ਡੀਪ, ਤੇ 60 ਸੈਂਟੀਮੀਟਰ ਜੋ ਇੱਥੇ ਡੀਪ ਦੇ ਰੱਖਿਆ ਹੈ, ਡੀਪ ਨੂੰ ਜੋ ਹੈ ਅਸੀਂ ਹਾਈਟ ਦੇ ਤੌਰ ਤੇ ਵੀ ਜੋ ਹੈ ਕੰਸੀਡਰ ਕਰ ਸਕਦੇ ਹਾਂ। ਡੀਪ ਜਾਂ ਡੈਪਥ ਜਾਂ ਫਿਰ ਹਾਈਟ, ਠੀਕ ਹੈ। ਇਹਨਾਂ ਤਿੰਨਾਂ ਦਾ ਇੱਕੋ ਹੀ ਮੀਨਿੰਗ ਹੈ। ਡੀਪ ਔਰ ਡੈਪਥ ਨੂੰ ਅਸੀਂ ਗਹਿਰਾਈ ਕਹਿੰਦੇ ਹਾਂ, ਕਿਉਂਕਿ ਇੱਥੇ ਟਰੋਲੀ ਦੀ ਗੱਲ ਹੋ ਰਹੀ ਹੈ ਤਾਂ ਟਰੋਲੀ ਦੇ ਕੇਸ ਦੇ ਵਿੱਚ ਉਹ ਜੋ ਹੈ ਡੈਪਥ ਕਾਊਂਟ ਹੋਏਗਾ ਵੀ ਟਰੋਲੀ ਦੀ ਗਹਿਰਾਈ ਕਿੰਨੀ ਹੈ, ਠੀਕ ਹੈ। ਤੇ ਵੈਸੇ ਡੀਪ, ਡੈਪਥ ਅਤੇ ਹਾਈਟ ਦਾ ਮੀਨਿੰਗ ਇੱਕੋ ਹੀ ਹੈ। ਹਾਂਜੀ, ਤਾਂ ਸਾਨੂੰ ਜੋ ਹੈ ਟਰੋਲੀ ਦੇ ਤਿੰਨੋਂ ਡਾਇਮੈਂਸ਼ਨਸ ਯਾਨੀ ਕਿ ਲੈਂਥ, ਬ੍ਰੈਡਥ ਅਤੇ ਹਾਈਟ ਦੇ ਰੱਖੀ ਹੈ। ਜੋ ਵਾਈਡ ਹੈ ਉਹੀ ਬ੍ਰੈਡਥ ਹੈ, ਜੋ ਡੀਪ ਹੈ 60 ਸੈਂਟੀਮੀਟਰ ਉਹੀ ਜੋ ਹੈ ਹਾਈਟ ਹੈ। ਇਸ ਤੋਂ ਬਾਅਦ ਸਾਨੂੰ ਜੋ ਹੈ ਵਨ ਬ੍ਰਿਕ ਇਜ਼ ਆਫ ਸਾਈਜ਼, ਜੋ ਇੱਕ ਇੱਟ ਹੈ ਯਾਨੀ ਕਿ ਜੋ ਟਰੋਲੀ ਇੱਟਾਂ ਦੇ ਨਾਲ ਭਰੀ ਹੋਈ ਸੀ, ਉਹਨਾਂ ਇੱਟਾਂ ਦੇ ਵਿੱਚੋਂ ਇੱਕ ਇੱਟ ਦੀ ਜੋ ਲੈਂਥ, ਬ੍ਰੈਡਥ ਔਰ ਹਾਈਟ ਹੈ ਉਹ ਸਾਨੂੰ ਦੇ ਰੱਖੀ ਹੈ। ਵਨ ਬ੍ਰਿਕ ਇਜ਼ ਆਫ ਸਾਈਜ਼ 20 ਸੈਂਟੀਮੀਟਰ। ਦੇਖੋ ਜੋ ਪਹਿਲਾ ਜੋ ਸਭ ਤੋਂ ਜੋ ਨਿਊਮੈਰੀਕਲ ਵੈਲਿਊ ਆ ਰਹੀ ਹੈ, ਜਿਵੇਂ ਇੱਥੇ 20 ਸੈਂਟੀਮੀਟਰ ਹੈ ਤਾਂ ਪਹਿਲੇ ਵਾਲੀ ਜੋ ਨਿਊਮੈਰੀਕਲ ਵੈਲਿਊ ਹੈ 20 ਸੈਂਟੀਮੀਟਰ ਉਹ ਰਿਪਰੈਜ਼ੈਂਟ ਕਰੇਗੀ ਲੈਂਥ ਨੂੰ। ਅਗਲੀ ਜੋ ਹੈ 10 ਸੈਂਟੀਮੀਟਰ ਉਹ ਰਿਪਰੈਜ਼ੈਂਟ ਕਰੇਗੀ ਬ੍ਰੈਡਥ ਨੂੰ, ਤੇ ਲਾਸਟ ਦੇ ਵਿੱਚ ਜੋ 6 ਸੈਂਟੀਮੀਟਰ ਹੈ ਉਹ ਜੋ ਹੈ ਹਾਈਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਹਾਂਜੀ, ਇਹਦਾ ਮੀਨਿੰਗ ਇਹ ਹੋਇਆ ਵੀ ਜੋ ਵਨ ਬ੍ਰਿਕ ਇਜ਼ ਆਫ ਸਾਈਜ਼, ਤੇ ਜੋ ਇੱਕ ਇੱਟ ਹੈ ਉਹਦੀ ਜੋ ਲੈਂਥ ਹੈ ਉਹ ਹੈ 20 ਸੈਂਟੀਮੀਟਰ ਯਾਨੀ ਕਿ 20 ਸੈਂਟੀਮੀਟਰ, ਤੇ ਜੋ ਬ੍ਰਿਕ ਹੈ ਉਸਦੀ ਬ੍ਰੈਡਥ ਹੈ 10 ਸੈਂਟੀਮੀਟਰ, ਤੇ ਜੋ ਬ੍ਰਿਕ ਹੈ ਉਸਦੀ ਹਾਈਟ ਹੈ 6 ਸੈਂਟੀਮੀਟਰ। ਹਾਊ ਮੈਨੀ ਬ੍ਰਿਕਸ ਆਰ ਦੇਅਰ ਇਨ ਦਾ ਟਰੋਲੀ। ਹੁਣ ਦੇਖੋ ਫਸਟ ਜੋ ਅਸੀਂ ਪੜ੍ਹਿਆ ਹੈ, ਵਨ ਟਰੋਲੀ ਇਜ਼ ਫੁੱਲ ਆਫ ਬ੍ਰਿਕਸ, ਇਟ ਇਜ਼ 4 ਮੀਟਰ ਲੌਂਗ, 2 ਮੀਟਰ ਵਾਈਡ ਐਂਡ 60 ਸੈਂਟੀਮੀਟਰ ਡੀਪ। ਇਹ ਤਾਂ ਸਾਨੂੰ ਟਰੋਲੀ ਦੇ ਜੋ ਡਾਇਮੈਂਸ਼ਨਸ ਹੈ ਯਾਨੀ ਕਿ ਟਰੋਲੀ ਦੀ ਜੋ ਲੈਂਥ, ਬ੍ਰੈਡਥ ਔਰ ਹਾਈਟ ਹੈ ਉਹ ਸਾਨੂੰ ਦੇ ਰੱਖੀ ਹੈ। ਫਿਰ ਇਸ ਤੋਂ ਬਾਅਦ ਸਾਨੂੰ ਜੋ ਬ੍ਰਿਕ ਹੈ ਯਾਨੀ ਕਿ ਇੱਟ ਹੈ ਉਸਦੀ ਜੋ ਲੈਂਥ, ਬ੍ਰੈਡਥ ਔਰ ਹਾਈਟ ਹੈ ਉਹ ਵੀ ਦੇ ਰੱਖੀ ਹੈ, ਯਾਨੀ ਕਿ ਗਿਵਨ ਹੈ। ਹੁਣ ਲਾਸਟ ਜੋ ਲਾਈਨ ਹੈ ਹਾਊ ਮੈਨੀ ਬ੍ਰਿਕਸ ਆਰ ਦੇਅਰ ਇਨ ਦਾ ਟਰੋਲੀ, ਇਸ ਲਾਈਨ ਦੇ ਵਿੱਚ ਜੋ ਫਾਈਂਡ ਆਊਟ ਅਸੀਂ ਕਰਨਾ ਹੈ ਇਸ ਕੁਐਸਚਨ ਦੇ ਵਿੱਚ, ਯਾਨੀ ਕਿ ਜੋ ਅਸੀਂ ਕੱਢਣਾ ਹੈ ਇਸ ਕੁਐਸਚਨ ਦੇ ਵਿੱਚ, ਉਹ ਜੋ ਹੈ ਮੈਂਸ਼ਨ ਕਰ ਰੱਖਿਆ ਹੈ। ਅਸੀਂ ਫਾਈਂਡ ਆਊਟ ਕੀ ਕਰਨਾ ਹੈ, ਹਾਊ ਮੈਨੀ ਬ੍ਰਿਕਸ ਆਰ ਦੇਅਰ ਇਨ ਦਾ ਟਰੋਲੀ, ਵੀ ਉਸ ਟਰੋਲੀ ਦੇ ਅੰਦਰ ਕਿੰਨੀਆਂ ਬ੍ਰਿਕਸ ਜੋ ਹੈ ਆ ਸਕਦੀਆਂ ਨੇ ਜਾਂ ਫਿਰ ਰੱਖੀਆਂ ਜਾ ਸਕਦੀਆਂ ਨੇ। ਹਾਊ ਮੈਨੀ ਬ੍ਰਿਕਸ ਆਰ ਦੇਅਰ ਇਨ ਦਾ ਟਰੋਲੀ, ਵੀ ਟਰੋਲੀ ਦੇ ਅੰਦਰ ਕਿੰਨੀ ਬ੍ਰਿਕਸ ਯਾਨੀ ਕਿ ਇੱਟਾਂ ਹੈਗੀਆਂ ਨੇ। ਹਾਂਜੀ, ਸੋਲਵ ਕਰਦੇ ਹਾਂ ਜੀ। ਇਸ ਕੁਐਸਚਨ ਨੂੰ ਕਰਨ ਦਾ ਮੈਥਡ ਕੀ ਰਹੇਗਾ, ਅਸੀਂ ਜੋ ਟਰੋਲੀ ਦੀ ਵੋਲਿਊਮ ਹੈ ਉਸ ਨੂੰ ਫਾਈਂਡ ਆਊਟ ਕਰਾਂਗੇ, ਤੇ ਜੋ ਇੱਕ ਇੱਟ ਦੀ ਯਾਨੀ ਕਿ ਵਨ ਬ੍ਰਿਕ ਦੀ ਜੋ ਵੋਲਿਊਮ ਹੈ ਉਸ ਨੂੰ ਫਾਈਂਡ ਆਊਟ ਕਰਾਂਗੇ, ਤੇ ਜੋ ਟਰੋਲੀ ਦੀ ਵੋਲਿਊਮ ਹੋਏਗੀ ਉਸ ਨੂੰ ਅਸੀਂ ਡਿਵਾਈਡ ਕਰਾਂਗੇ ਵਨ ਬ੍ਰਿਕ ਦੀ ਵੋਲਿਊਮ ਦੇ ਨਾਲ। ਇੱਦਾਂ ਕਰਨ ਦੇ ਨਾਲ ਦੇਖੋ ਅਸੀਂ ਜੋ ਹੈ ਨੰਬਰ ਆਫ ਬ੍ਰਿਕਸ ਕੱਢਣੀਆਂ ਹੈ ਉਸ ਟਰੋਲੀ ਦੇ ਅੰਦਰ, ਤਾਂ ਨੰਬਰ ਆਫ ਬ੍ਰਿਕਸ ਇਨ ਦਾ ਟਰੋਲੀ ਕੱਢਣ ਦਾ ਜੋ ਮੈਥਡ ਹੈ ਉਸ ਵਾਸਤੇ ਅਸੀਂ ਕੀ ਕਰਨਾ ਹੈ, ਜੋ ਟਰੋਲੀ ਦੀ ਜੋ ਵੋਲਿਊਮ ਹੈ ਉਸ ਨੂੰ ਡਿਵਾਈਡ ਕਰਾਂਗੇ ਇੱਕ ਬ੍ਰਿਕ ਦੀ ਯਾਨੀ ਕਿ ਵਨ ਬ੍ਰਿਕ ਦੀ ਜੋ ਵੋਲਿਊਮ ਹੋਏਗੀ ਉਸ ਦੇ ਨਾਲ, ਠੀਕ ਹੈ ਜੀ। ਚਲੋ ਪਹਿਲਾਂ ਅਸੀਂ ਟਰੋਲੀ ਦੀ ਜੋ ਵੋਲਿਊਮ ਹੈ ਉਸ ਨੂੰ ਫਾਈਂਡ ਆਊਟ ਕਰਦੇ ਹਾਂ। ਹਾਂਜੀ, ਲੈਂਥ ਆਫ ਟਰੋਲੀ ਇਜ਼ ਇਕੁਅਲ ਟੂ 4 ਮੀਟਰ, ਤਾਂ ਜੋ ਟਰੋਲੀ ਦੀ ਜੋ ਲੈਂਥ ਹੈ ਉਹ ਸਾਨੂੰ ਗਿਵਨ ਹੈ ਉਹ ਹੈ 4 ਮੀਟਰ। ਦੇਖੋ ਇੱਥੇ ਧਿਆਨ ਨਾਲ ਦੇਖਣ ਵਾਲੀ ਚੀਜ਼ ਇਹ ਹੈ, ਇੱਥੇ ਸਾਨੂੰ ਟਰੋਲੀ ਦੀ ਜੋ ਲੈਂਥ ਹੈ ਉਹ 4 ਮੀਟਰ ਮੈਂਸ਼ਨ ਹੈ, ਜੋ ਵਿਡਥ ਹੈ ਯਾਨੀ ਕਿ ਜੋ ਬ੍ਰੈਡਥ ਹੈ ਚੌੜਾਈ ਉਹ 2 ਮੀਟਰ ਯਾਨੀ ਕਿ 2 ਮੀਟਰ ਜੋ ਹੈ ਮੈਂਸ਼ਨ ਹੈ।
लेकिन जो डीप है, डीप यानी कि जो गहराई है, ਡੈਪਥ ਹੈ ਜਾਂ ਫਿਰ ਜੋ ਹਾਈਟ ਹੈ, ਉਹ ਸਾਨੂੰ ਸੈਂਟੀਮੀਟਰ ਦੇ ਵਿੱਚ ਗਿਵਨ ਹੈ। ਤੇ ਇਸ ਤੋਂ ਇਲਾਵਾ ਦੇਖੋ ਜੋ वन ब्रिक इज़ ऑफ साइज 20 सेंटीमीटर, 10 सेंटीमीटर और 6 सेंटीमीटर। जो एक ब्रिक है यानी कि जो एक इट है, उसके तीनों डायमेंशनस यानी कि लेंथ 20 सेंटीमीटर ਤੇ ਜੋ ਬ੍ਰੈਡਥ ਹੈ ਉਹ 10 ਸੈਂਟੀਮੀਟਰ ਤੇ ਜੋ ਹਾਈਟ ਹੈ ਉਹ 6 ਸੈਂਟੀਮੀਟਰ, ਤਿੰਨੋਂ ਜੋ ਹੈ ਸੈਂਟੀਮੀਟਰ ਦੇ ਵਿੱਚ ਗਿਵਨ ਨੇ। ਇਸ ਨੂੰ ਜ਼ਰਾ ਨੋਟਿਸ ਕਰਨਾ। ਦੇਖੋ ਹਾਂਜੀ, ਟਰੋਲੀ ਦੀ ਜੋ ਲੈਂਥ ਹੈ ਉਹ ਮੀਟਰ ਦੇ ਵਿੱਚ ਹੈ ਤੇ ਟਰੋਲੀ ਦੀ ਜੋ ਵਿਡਥ ਹੈ ਉਹ ਜੋ ਹੈ 2 ਮੀਟਰ ਯਾਨੀ ਕਿ ਮੀਟਰ ਦੇ ਵਿੱਚ ਹੈ। ਤੇ ਬਾਕੀ ਜਿੰਨੇ ਵੀ ਡਾਇਮੈਂਸ਼ਨਸ ਨੇ ਯਾਨੀ ਕਿ ਚਾਹੇ ਉਹ ਬ੍ਰਿਕ ਦੇ ਡਾਇਮੈਂਸ਼ਨਸ ਨੇ यानी कि इट दे, या फिर जो ट्रॉली है उसकी हाइट है यानी कि जो डीप दे रखी है वो इट मीनस कि ਉਹਦੀ ਜੋ ਡੈਪਥ ਗਹਿਰਾਈ ਹੈ ਉਹ ਜੋ ਹੈ ਸਾਨੂੰ ਸੈਂਟੀਮੀਟਰ ਦੇ ਵਿੱਚ ਮੈਂਸ਼ਨ ਹੈ। ਤਾਂ ਹੁਣ ਅਸੀਂ ਕਰਾਂਗੇ ਕਿ ਵੀ ਸਾਨੂੰ ਯੂਨਿਟਸ ਨੂੰ ਸੇਮ ਰੱਖਣਾ ਹੈ। ਤਾਂ ਯੂਨਿਟਸ ਦਾ ਕਨਵਰਸ਼ਨ ਕਰਨ ਵਾਸਤੇ ਅਸੀਂ ਜੋ ਹੈ ਮੀਟਰ ਨੂੰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਾਂਗੇ। ਇੱਥੇ ਮਿਸਟੇਕ ਹੋਣ ਦੇ ਚਾਂਸਿਸ ਹੈ, ਤਾਂ ਹੀ ਜੋ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਬਾਰ-ਬਾਰ ਵੀ ਤੁਸੀਂ ਜੋ ਹੈ ਪਹਿਲਾਂ ਇਹ ਜੋ 4 ਮੀਟਰ ਲੌਂਗ ਔਰ 2 ਮੀਟਰ ਵਾਈਡ ਜੋ ਟਰੋਲੀ ਦੀ ਲੈਂਥ ਅਤੇ ਬ੍ਰੈਡਥ ਸਾਨੂੰ ਗਿਵਨ ਹੈ ਮੀਟਰ ਦੇ ਅੰਦਰ, ਉਸ ਨੂੰ ਤੁਸੀਂ ਚੇਂਜ ਕਰਨਾ ਹੈ ਸੈਂਟੀਮੀਟਰ ਦੇ ਅੰਦਰ, ਠੀਕ ਹੈ। ਤੇ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਹੈ ਤੇ ਤੁਸੀਂ 4 ਮੀਟਰ ਨੂੰ ਅਗਰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਨਾ ਹੈ, ਤੁਸੀਂ 4 ਨੂੰ 100 ਸੈਂਟੀਮੀਟਰ ਦੇ ਨਾਲ ਮਲਟੀਪਲਾਈ ਕਰਕੇ ਇਕੁਅਲ ਟੂ 400 ਸੈਂਟੀਮੀਟਰ ਲਿਖੋਗੇ। ਹਾਂਜੀ, length of trolley is equal to 4 meter is equal to 4 multiplied by 100 centimeter। ਅਸੀਂ ਜੋ ਹੈ ਮੀਟਰ ਨੂੰ ਜੋ ਹੈ ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਲਿਆ ਹੈ। 1 ਮੀਟਰ ਇਜ਼ ਇਕੁਅਲ ਟੂ 100 ਸੈਂਟੀਮੀਟਰ ਤੇ 4 ਨੂੰ ਜੋ ਹੈ 100 ਦੇ ਨਾਲ ਮਲਟੀਪਲਾਈ ਕਰਕੇ ਅਸੀਂ ਜੋ ਹੈ 400 ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਲਿਆ ਹੈ। ਇਸ ਤੋਂ ਬਾਅਦ ਮੈਂ ਜੋ ਹੈ ਵਿਡਥ ਲਿਖਿਆ ਹੈ ਕਿਉਂਕਿ ਸਾਨੂੰ ਕੁਐਸਚਨ ਦੇ ਵਿੱਚ 2 ਮੀਟਰ ਵਾਈਡ ਦੇ ਰੱਖਿਆ ਹੈ, ਠੀਕ ਹੈ, ਟਰੋਲੀ ਤੇ ਵਾਈਡ ਔਰ ਵਿਡਥ। ਤੇ ਜੋ ਬ੍ਰੈਡਥ ਹੈ ਇਹਨਾਂ ਤਿੰਨਾਂ ਦਾ ਸੇਮ ਮੀਨਿੰਗ ਹੈ, ਉਹ ਹੈ ਚੌੜਾਈ। ਹਾਂਜੀ, ਤੇ ਵਿਡਥ ਦੇ ਤੁਸੀਂ ਦੇਖ ਸਕਦੇ ਹੋ ਬ੍ਰੈਕਟ ਦੇ ਵਿੱਚ ਮੈਂ ਮੈਂਸ਼ਨ ਕਰ ਦਿੱਤਾ ਹੈ, ਇਹ ਜੋ ਹੈ ਮੈਂ ਮੈਂਸ਼ਨ ਕਰ ਦਿੱਤਾ ਹੈ ਵੀ ਵਿਡਥ ਅਤੇ ਬ੍ਰੈਡਥ ਇੱਕੋ ਹੀ ਨੇ, ਠੀਕ ਹੈ। ਹਾਂਜੀ, width of trolley ਜਾਂ ਫਿਰ breadth of trolley is equal to 2 ਮੀਟਰ ਤੇ ਇਸ ਨੂੰ ਵੀ ਅਸੀਂ ਕਨਵਰਟ ਕਰਾਂਗੇ ਸੈਂਟੀਮੀਟਰ ਦੇ ਵਿੱਚ ਤੇ 2 ਮਲਟੀਪਲੀਕੇਸ਼ਨ 100 ਸੈਂਟੀਮੀਟਰ ਦੈਟ ਇਜ਼ ਇਕੁਅਲ ਟੂ 200 ਸੈਂਟੀਮੀਟਰ। ਹਾਂਜੀ, ਇਸ ਤੋਂ ਬਾਅਦ ਸਾਨੂੰ ਗਿਵਨ ਹੈ ਡੈਪਥ ਤੇ ਦੇਖੋ ਨਾ ਉੱਥੇ ਸਾਨੂੰ ਸਟੇਟਮੈਂਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਟਰੋਲੀ ਦੀ ਜੋ ਡੀਪਨੈਸ ਹੈ ਯਾਨੀ ਕਿ ਜੋ ਡੀਪ ਹੈ ਉਹ 60 ਸੈਂਟੀਮੀਟਰ ਹੈ। ਤਾਂ ਡੀਪ ਕਹਿ ਲਓ ਜਾਂ ਫਿਰ ਡੈਪਥ ਕਹਿ ਲਓ, ਗਹਿਰਾਈ ਕਹਿ ਲਓ ਜਾਂ ਫਿਰ ਹਾਈਟ ਕਹਿ ਲਓ, ਇਹਨਾਂ ਸਭ ਦਾ ਜੋ ਹੈ ਇੱਕੋ ਹੀ ਮੀਨਿੰਗ ਹੈ। ਹਾਂਜੀ, ਇੱਥੇ ਮੈਂ ਲਿਖਿਆ ਹੈ ਡੀਪ ਨੂੰ ਡੈਪਥ ਤੇ ਡੈਪਥ ਦੇ ਬ੍ਰੈਕਟ ਦੇ ਵਿੱਚ ਮੈਂ ਜੋ ਹੈ ਹਾਈਟ ਮੈਂਸ਼ਨ ਕੀਤਾ ਹੈ। ਡੈਪਥ ਔਰ ਬ੍ਰੈਕਟ ਦੇ ਵਿੱਚ ਹਾਈਟ ਆਫ ਟਰੋਲੀ ਇਜ਼ ਇਕੁਅਲ ਟੂ 60 ਸੈਂਟੀਮੀਟਰ। ਇਹ ਜੋ ਹੈ ਸੈਂਟੀਮੀਟਰ ਦੇ ਵਿੱਚ ਪਹਿਲਾਂ ਹੀ ਕਨਵਰਟਿਡ ਹੈ, ਤਾਂ ਇਸ ਨੂੰ ਜੋ ਹੈ ਕਨਵਰਟ ਕਰਨ ਦੀ ਸਾਨੂੰ ਜੋ ਹੈ ਕੋਈ ਜੋ ਹੈ ਜ਼ਰੂਰਤ ਨਹੀਂ ਹੈ, ਠੀਕ ਹੈ। ਹਾਂਜੀ, ਹੁਣ ਸਾਡੇ ਕੋਲ ਲੈਂਥ ਵੀ ਹੈ, ਬ੍ਰੈਡਥ ਵੀ ਹੈ, ਹਾਈਟ ਵੀ ਹੈ ਟਰੋਲੀ ਦੀ, ਤਾਂ ਅਸੀਂ ਜੋ ਹੈ ਵੋਲਿਊਮ ਹੁਣ ਫਾਈਂਡ ਆਊਟ ਕਰ ਸਕਦੇ ਹਾਂ। ਵੋਲਿਊਮ ਆਫ ਟਰੋਲੀ ਇਜ਼ ਇਕੁਅਲ ਟੂ ਲੈਂਥ ਮਲਟੀਪਲੀਕੇਸ਼ਨ ਬ੍ਰੈਡਥ ਮਲਟੀਪਲੀਕੇਸ਼ਨ ਹਾਈਟ। ਲੈਂਥ ਦੀ ਜਗ੍ਹਾ 'ਤੇ ਅਸੀਂ ਰੱਖਾਂਗੇ 400 ਸੈਂਟੀਮੀਟਰ, ਬ੍ਰੈਡਥ ਦੀ ਜਗ੍ਹਾ 'ਤੇ ਅਸੀਂ ਰੱਖਾਂਗੇ 200 ਸੈਂਟੀਮੀਟਰ ਤੇ ਹਾਈਟ ਦੀ ਜਗ੍ਹਾ 'ਤੇ ਅਸੀਂ ਰੱਖਾਂਗੇ 60 ਸੈਂਟੀਮੀਟਰ। ਇੱਥੇ ਇੱਕ ਗੱਲ ਨੋਟਿਸ ਕਰਨ ਵਾਲੀ ਹੈ, ਵੈਸੇ ਮੈਂ ਪਹਿਲਾਂ ਵੀ ਸਮਝਾਇਆ ਹੋਇਆ ਹੈ ਤੇ ਇੱਕ ਵਾਰੀ ਮੈਂ ਫਿਰ ਤੋਂ ਜੋ ਹੈ ਤੁਹਾਨੂੰ ਈਜ਼ੀ ਵਾਸਤੇ ਜੋ ਹੈ ਮਤਲਬ ਵੀ ਮਲਟੀਪਲੀਕੇਸ਼ਨ ਦੇ ਵਿੱਚ ਦਿੱਕਤ ਨਾ ਆਏ, ਫਿਰ ਤੋਂ ਜੋ ਹੈ ਮੈਂ ਸਮਝਾ ਰਿਹਾ ਹਾਂ। कई बच्चे की करते हैं, एक मिनट ज़रा, हाँ जी, कई बच्चे की करते हैं जिमें इत्थे 400 है, इत्थे 200 है ਤੇ ਇੱਥੇ 60 ਹੈ। ਇਹਨਾਂ ਤਿੰਨਾਂ ਨੂੰ ਜੋ ਹੈ ਮਤਲਬ 400 ਨੂੰ 200 ਦੇ ਨਾਲ ਮਲਟੀਪਲਾਈ ਕਰਨਾ ਸਟਾਰਟ ਕਰ ਦਿੰਦੇ ਹੈ, ਫਿਰ ਉਸ ਤੋਂ ਬਾਅਦ 60 ਦੇ ਨਾਲ ਮਲਟੀਪਲਾਈ ਕਰਦੇ ਹੈ। ਅਸੀਂ ਇੱਦਾਂ ਨਹੀਂ ਕਰਨਾ ਹੈ, ਪੇਪਰ ਦੇ ਅੰਦਰ ਜੋ ਹੈ ਤੁਹਾਡੇ ਕੋਲ ਟਾਈਮ ਜੋ ਹੈ ਕਾਫੀ ਲਿਮਿਟਿਡ ਹੁੰਦਾ ਹੈ, ਤਾਂ ਆਪਣਾ ਟਾਈਮ ਅਸੀਂ ਜੋ ਹੈ ਸੇਵ ਕਰਨਾ ਹੈ ਔਰ ਇਸ ਦਾ ਇੱਕ ਈਜ਼ੀ ਮੈਥਡ ਹੈ, ਮੈਂ ਪਹਿਲਾਂ ਵੀ ਸਮਝਾਇਆ ਹੋਇਆ ਹੈ ਪਰ ਇੱਕ ਵਾਰੀ ਫਿਰ ਐਕਸਪਲੇਨ ਕਰ ਰਿਹਾ ਹਾਂ। ਦੇਖੋ ਅਸੀਂ ਕਰਨਾ ਕੀ ਹੁੰਦਾ ਹੈ, ਇਸ ਦੇ ਵਿੱਚ ਜੋ ਇਹ 4 ਹੈ, ਠੀਕ ਹੈ, 400 ਦਾ ਜੋ 4 ਹੈ ਉਸਨੂੰ ਅਸੀਂ 200 ਦੇ 2 ਦੇ ਨਾਲ ਮਲਟੀਪਲਾਈ ਕਰਾਂਗੇ। ਮੈਂ ਸਿਰਫ 4 ਨੂੰ ਹਾਲੇ ਲਿੱਤਾ ਹੈ, ਠੀਕ ਹੈ, 400 ਦਾ ਜੋ 4 ਹੈ ਤੇ 200 ਦਾ
200 ਦਾ ਜੋ 2 ਹੈ ਇਹਨਾਂ ਨੂੰ ਅਸੀਂ ਆਪਸ ਦੇ ਵਿੱਚ ਮਲਟੀਪਲਾਈ ਕਰਾਂਗੇ। 4 2 ਦਾ 8 ਹੋ ਗਿਆ। ਹੁਣ ਅਸੀਂ ਜੋ 60 ਦਾ 6 ਹੈ ਉਸ ਦੇ ਨਾਲ 8 ਨੂੰ ਮਲਟੀਪਲਾਈ ਕਰਾਂਗੇ। ਦੇਖੋ 400 ਦਾ 4 ਜੋ ਹੈ ਮੈਂ ਜੋ ਹੈ ਪਿਕ ਕੀਤਾ ਹੈ ਯਾਨੀ ਕਿ ਲਿੱਤਾ ਹੈ, ਠੀਕ ਹੈ। ਤੇ 200 ਦਾ 2 ਤੇ 4 2 ਦਾ 8 ਹੋ ਗਿਆ। ਫਿਰ 8 ਨੂੰ ਅਸੀਂ ਜੋ ਹੈ 60 ਦਾ ਜਿਹੜਾ 6 ਹੈ ਉਸ ਦੇ ਨਾਲ ਮਲਟੀਪਲਾਈ ਕਰਨਾ ਹੈ, ਤਾਂ 8 6 ਦਾ 48 ਹੋ ਗਿਆ। 400 ਦੇ ਵਿੱਚੋਂ ਅਸੀਂ 4 ਲਿੱਤਾ ਹੈ ਤੇ 200 ਦੇ ਵਿੱਚੋਂ 2 ਤੇ 60 ਦੇ ਵਿੱਚੋਂ 6, ਇਹਨਾਂ ਤਿੰਨਾਂ ਨੂੰ ਮਲਟੀਪਲਾਈ ਕਰਕੇ 4 2 ਦਾ 8 8 6 ਦਾ 48। ਹਾਂਜੀ, ਹੁਣ ਗੱਲ ਆਉਂਦੀ ਹੈ ਵੀ ਜੋ ਜ਼ੀਰੋਜ਼ ਹੈ ਉਹ ਕਿੱਦਾਂ ਅਸੀਂ ਯੂਜ਼ ਕਰਨੇ ਹੈ। ਦੇਖੋ 400 ਦੇ ਵਿੱਚ ਕਿੰਨੇ ਜ਼ੀਰੋਜ਼ ਹੈ? 2 ਜ਼ੀਰੋਜ਼ ਹੈ। 200 ਦੇ ਵਿੱਚ ਕਿੰਨੇ ਜ਼ੀਰੋਜ਼ ਹੈ? 2 ਜ਼ੀਰੋਜ਼ ਹੈ, ਠੀਕ ਹੈ, 2 ਜ਼ੀਰੋਜ਼ ਹੈ। ਤੇ 60 ਦੇ ਵਿੱਚ ਕਿੰਨੇ ਜ਼ੀਰੋ ਹੈ? 1 ਜ਼ੀਰੋ ਹੈ। ਇਟ ਮੀਨਸ ਅਗਰ ਕਾਊਂਟ ਕਰੀਏ ਤਾਂ 2 ਜ਼ੀਰੋਜ਼ 400 ਦੇ, 2 ਜ਼ੀਰੋਜ਼ 200 ਦੇ ਤੇ 1 ਜ਼ੀਰੋ ਜੋ ਹੈ 60 ਦਾ। ਕਿੰਨੇ ਜ਼ੀਰੋਜ਼ ਹੋ ਗਏ? 5। ਬਸ ਤੁਸੀਂ 48 ਦੇ ਪਿੱਛੇ ਇਹ 5 ਜ਼ੀਰੋਜ਼ ਲਗਾ ਦੇਣੇ ਹੈ। ਤੁਹਾਨੂੰ 400 ਨੂੰ 200 ਦੇ ਨਾਲ ਮਲਟੀਪਲਾਈ ਕਰਨ ਦੀ ਤੇ ਫਿਰ ਉਸ ਤੋਂ ਬਾਅਦ ਜੋ ਆਨਸਰ ਆਏਗਾ ਉਸ ਨੂੰ 60 ਦੇ ਨਾਲ ਮਲਟੀਪਲਾਈ ਕਰਨ ਦੀ ਜੋ ਹੈ ਇੱਕ ਤਰ੍ਹਾਂ ਦੀ ਜ਼ਰੂਰਤ ਨਹੀਂ ਪਏਗੀ। ਸਿੰਪਲੀ ਜੋ 4 ਹੈ, 2 ਹੈ ਔਰ 6 ਹੈ, ਇਹਨਾਂ ਤਿੰਨਾਂ ਨੂੰ ਮਲਟੀਪਲਾਈ ਕਰੋ। 4 2 ਦਾ 8 8 6 ਦਾ 48 ਤੇ 400 ਦੀ ਜਿਹੜੀ 2 ਜ਼ੀਰੋਜ਼ ਹੈ ਯਾਨੀ ਕਿ 2 ਜ਼ੀਰੋਜ਼ ਹੋ ਗਈ, 200 ਦੀ 2 ਜ਼ੀਰੋਜ਼ ਹੋ ਗਈ ਤੇ 60 ਦੀ 1 ਜ਼ੀਰੋ ਹੋ ਗਈ। ਇਹ ਤੁਹਾਡੇ ਕੋਲ ਜੋ ਹੈ ਟੋਟਲ ਜੋ ਹੈ 5 ਜ਼ੀਰੋਜ਼ ਹੋ ਗਈ। 48 ਦੇ ਪਿੱਛੇ ਤੁਸੀਂ ਜੋ ਹੈ ਇਹਨਾਂ 5 ਜ਼ੀਰੋਜ਼ ਨੂੰ ਲਗਾ ਦੇਣਾ ਹੈ ਤੇ ਤੁਹਾਡੇ ਕੋਲ ਆਨਸਰ ਆ ਜਾਏਗਾ ਵੋਲਿਊਮ ਆਫ ਟਰੋਲੀ ਇਜ਼ ਇਕੁਅਲ ਟੂ ਇਹ ਕਿੰਨਾ ਹੈ? ਦੇਖੋ 1s 10s 100 1000 10,000 ਲੱਖ 10 ਲੱਖ, ਤਾਂ ਇਹ ਜੋ ਹੈ 48 ਲੱਖ ਹੈ, ਠੀਕ ਹੈ, 48 ਲੱਖ। ਤੇ ਇਸ ਤੋਂ ਬਾਅਦ ਬੱਚਿਓ ਮੈਂ ਪਹਿਲਾਂ ਵੀ ਦੱਸਿਆ ਹੈ ਤੁਹਾਨੂੰ ਜਦੋਂ ਅਸੀਂ ਐਕਸਰਸਾਈਜ਼ 9.1 ਸਟਾਰਟ ਕੀਤੀ ਸੀ ਵੀ ਵੋਲਿਊਮ ਦੇ ਨਾਲ ਇੱਕ ਵਰਡ ਜੋ ਹੈ ਕਿਊਬਿਕ, ਇਹ ਤੁਸੀਂ ਜ਼ਰੂਰ ਲਗਾ ਕੇ ਆਉਣਾ ਹੈ। ਇਸ ਨੂੰ ਅਸੀਂ ਯੂਨਿਟਸ ਕਹਿੰਦੇ ਹਾਂ ਵੋਲਿਊਮ ਦੇ। ਇਹ ਜੋ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਵਰਡ ਯੂਜ਼ ਕੀਤਾ ਹੈ ਕਿਊਬਿਕ, ਇਹ ਵਰਡ ਤੁਸੀਂ ਲਗਾ ਕੇ ਜ਼ਰੂਰ ਆਉਣਾ ਹੈ। ਤੇ ਹੁਣ ਕਿਉਂਕਿ ਕੁਐਸਚਨ ਦੇ ਵਿੱਚ ਸਾਡੇ ਕੋਲ ਸੈਂਟੀਮੀਟਰ ਹੈ ਤਾਂ ਅਸੀਂ ਸੈਂਟੀਮੀਟਰ ਯੂਜ਼ ਕਰਾਂਗੇ। ਅਗਰ ਇੱਥੇ ਮੀਟਰ ਹੁੰਦਾ ਮਤਲਬ ਵੀ ਲੈਂਥ ਬ੍ਰੈਡਥ ਔਰ ਹਾਈਟ ਅਗਰ ਮੀਟਰ ਦੇ ਵਿੱਚ ਮੈਂਸ਼ਨ ਹੁੰਦੇ ਤਾਂ ਇੱਥੇ ਮੀਟਰ ਆਉਣਾ ਸੀ। ਦੇਖੋ ਅਗਰ ਡਿਟੇਲ ਦੇ ਵਿੱਚ ਸਮਝਣਾ ਚਾਹੁੰਦੇ ਹੋ ਵੀ ਇਹ ਕਿਊਬਿਕ ਵਰਡ ਅਸੀਂ ਕਿਉਂ ਯੂਜ਼ ਕਰਦੇ ਹਾਂ, ਕਿਊਬਿਕ ਦਾ ਮੀਨਿੰਗ ਹੁੰਦਾ ਹੈ ਵੀ 3, ਠੀਕ ਹੈ, ਪਾਵਰ ਦੇ ਵਿੱਚ 3 ਵੀ। ਤੇ ਦੇਖੋ ਇਸ ਦੇ ਵਿੱਚ ਕੀ ਹੈ, ਜਿਵੇਂ 400 ਦੇ ਨਾਲ 1 ਸੈਂਟੀਮੀਟਰ ਆ ਰਿਹਾ ਹੈ, ਇਵੇਂ ਹੀ 200 ਦੇ ਨਾਲ ਦੂਜਾ ਸੈਂਟੀਮੀਟਰ ਆ ਰਿਹਾ ਹੈ, 60 ਦੇ ਨਾਲ ਯਾਨੀ ਕਿ ਜੋ ਹੈ ਤੀਸਰਾ ਸੈਂਟੀਮੀਟਰ ਆ ਰਿਹਾ ਹੈ। ਤਾਂ ਦੇਖੋ ਸੈਂਟੀਮੀਟਰ ਜੋ ਹੈ ਉਹ 3 ਵਾਰੀ ਆ ਰਿਹਾ ਹੈ। ਤਾਂ ਇਹ ਜੋ ਕਿਊਬਿਕ ਹੈ ਨਾ, ਕਿਊਬਿਕ ਦਾ ਵੈਸੇ ਮੀਨਿੰਗ ਹੁੰਦਾ ਹੈ ਪਾਵਰ ਦੇ ਵਿੱਚ 3। ਅਸੀਂ ਜੋ ਹੈ ਸੈਂਟੀਮੀਟਰ ਦੇ ਪਾਵਰ ਦੇ ਵਿੱਚ 3 ਲਿਖਦੇ ਹੁੰਦੇ ਆ ਤੇ ਇਸ ਨੂੰ ਜੋ ਹੈ ਅਸੀਂ ਕਈ ਵਾਰ ਨਾ ਲਿਖ ਕੇ ਇਸ ਪਾਵਰ ਦੇ ਮਤਲਬ ਜੋ ਪਾਵਰ ਦੇ ਵਿੱਚ ਮੈਂ ਹੁਣ ਇੱਥੇ 3 ਲਿਖਿਆ ਹੈ, ਇਹ ਸੈਂਟੀਮੀਟਰ ਦੇ ਉੱਪਰ ਜਿਹੜਾ ਤੁਸੀਂ ਦੇਖ ਰਹੇ ਹੋ, ਠੀਕ ਹੈ, ਇਸ ਨੂੰ ਪਾਵਰ ਦੇ ਵਿੱਚ 3 ਕਹਿੰਦੇ ਆ ਅਸੀਂ ਵੀ ਸੈਂਟੀਮੀਟਰ ਦੀ ਪਾਵਰ ਦੇ ਵਿੱਚ 3 ਹੈ ਇਹ। ਤੇ ਅਸੀਂ ਕਈ ਵਾਰ ਇਹ ਪਾਵਰ ਦੇ ਵਿੱਚ 3 ਨਾ ਲਿਖ ਕੇ ਕਿਊਬਿਕ ਵਰਡ ਯੂਜ਼ ਕਰਦੇ ਹੁੰਦੇ ਹਾਂ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ ਵੀ 400 ਦਾ ਜੋ 1 ਸੈਂਟੀਮੀਟਰ ਹੈ, 200 ਦਾ ਜੋ 1 ਸੈਂਟੀਮੀਟਰ ਹੈ ਤੇ 60 ਦਾ ਜੋ 1 ਸੈਂਟੀਮੀਟਰ ਹੈ, 3 ਵਾਰੀ ਜੋ ਹੈ ਸੈਂਟੀਮੀਟਰ ਆ ਰਿਹਾ ਹੈ। ਤੇ ਉਹੀ 3 ਵਾਰੀ ਸੈਂਟੀਮੀਟਰ ਨੂੰ ਅਸੀਂ ਰਿਪਰੈਜ਼ੈਂਟ ਕਰਨ ਵਾਸਤੇ ਕਿਊਬਿਕ ਵਰਡ ਯੂਜ਼ ਕਰਦੇ ਹੁੰਦੇ ਆ। ਕਿਊਬਿਕ ਦਾ ਮੀਨਿੰਗ ਹੁੰਦਾ ਹੈ ਵੀ ਪਾਵਰ ਦੇ ਵਿੱਚ ਜੋ ਹੈ ਅਸੀਂ 3 ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਇੱਥੇ ਸੈਂਟੀਮੀਟਰ ਦੀ ਪਾਵਰ ਦੇ ਵਿੱਚ 3 ਹੈ ਉਹ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, ਤਾਂ 48 ਲੱਖ ਕਿਊਬਿਕ ਸੈਂਟੀਮੀਟਰ ਇਹ ਜੋ ਹੈ ਟਰੋਲੀ ਦੀ ਵੋਲਿਊਮ ਹੈ। ਦੇਖੋ ਹੁਣ ਅਸੀਂ ਟਰੋਲੀ ਦੀ ਜੋ ਵੋਲਿਊਮ ਹੈ ਉਹ ਤਾਂ ਫਾਈਂਡ ਆਊਟ ਕਰ ਲਈ ਹੈ। ਹੁਣ ਅਸੀਂ ਜੋ ਬ੍ਰਿਕ ਹੈ ਯਾਨੀ ਕਿ ਜੋ ਇੱਟ ਹੈ ਉਸ ਦੀ ਵੋਲਿਊਮ ਫਾਈਂਡ ਆਊਟ ਕਰਨੀ ਹੈ। ਤੇ ਜੋ ਬ੍ਰਿਕ ਦੇ ਜੋ ਲੈਂਥ ਹੈ, ਬ੍ਰੈਡਥ ਹੈ, ਹਾਈਟ ਹੈ ਉਹ ਸਾਨੂੰ ਗਿਵਨ ਹੈ। ਲੈਂਥ ਆਫ 1 brick is equal to 20 centimeter. Breadth of 1 brick is equal to 10 centimeter. Height of 1 brick is equal to 6 centimeter. ਇਹ ਸਾਨੂੰ ਸਟੇਟਮੈਂਟ ਦੇ ਅੰਦਰ ਗਿਵਨ ਹੈ। ਓਕੇ, ਹਾਂਜੀ, ਤਾਂ ਹੁਣ ਅਸੀਂ ਵੋਲਿਊਮ ਕੱਢਣੀ ਹੈ ਇੱਕ ਬ੍ਰਿਕ ਦੀ। ਤਾਂ ਉਹੀ ਜੋ ਫਾਰਮੂਲਾ ਹੈ ਸਾਡੇ ਕੋਲ, ਲੈਂਥ ਮਲਟੀਪਲਾਈਡ ਬਾਏ ਬ੍ਰੈਡਥ ਮਲਟੀਪਲਾਈਡ ਬਾਏ ਹਾਈਟ। ਲੈਂਥ ਦੀ ਜਗ੍ਹਾ ਤੇ ਅਸੀਂ ਰੱਖਾਂਗੇ 20 ਸੈਂਟੀਮੀਟਰ, ਬ੍ਰੈਡਥ ਦੀ ਜਗ੍ਹਾ ਤੇ ਅਸੀਂ ਰੱਖਾਂਗੇ 10 ਸੈਂਟੀਮੀਟਰ ਤੇ ਹਾਈਟ ਦੀ ਜਗ੍ਹਾ ਤੇ ਅਸੀਂ ਰੱਖਾਂਗੇ 6 ਸੈਂਟੀਮੀਟਰ। ਹਾਂਜੀ, ਇਸ ਦੇ ਵਿੱਚ ਵੀ ਦੇਖੋ 20 ਔਰ 10 ਨੂੰ ਮਤਲਬ ਜੋ ਹੈ ਮਲਟੀਪਲਾਈ ਕਰਨ ਦੀ ਜੋ ਹੈ ਜ਼ਰੂਰਤ ਨਹੀਂ ਹੈ।
ਜੋ 20 ਦਾ 2 ਹੈ ਤੇ 10 ਦਾ ਜੋ 1 ਹੈ, ਬਸ ਉਹਨਾਂ ਦੋਵਾਂ ਨੂੰ ਮਲਟੀਪਲਾਈ ਕਰੋ। 2 ਨੂੰ 1 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 2 ਹੋ ਗਿਆ। ਫਿਰ ਅੱਗੇ ਜੋ ਹੈ 6 ਹੈ ਤਾਂ 2 ਨੂੰ 6 ਨਾਲ ਮਲਟੀਪਲਾਈ ਕਰਾਂਗੇ ਤਾਂ 12 ਹੋ ਗਿਆ। ਹੁਣ 20 ਦਾ ਦੇਖੋ 1 0 ਹੈ ਤੇ 10 ਦਾ 1 0 ਹੈ। ਹੁਣ ਜੋ 12 ਆਇਆ ਹੈ ਉਸ ਦੇ ਪਿੱਛੇ ਇਹ ਦੋਵੇਂ ਜ਼ੀਰੋਜ਼ ਯਾਨੀ ਕਿ 20 ਦਾ 1 0 ਤੇ 10 ਦਾ 1 0 ਜੋ ਹੈ ਲਗਾ ਦਿਓ। ਤੇ ਵੋਲਿਊਮ ਅਸੀਂ ਕੱਢੀ ਹੈ, ਮੈਂ ਪਹਿਲਾਂ ਵੀ ਦੱਸਿਆ ਹੈ। ਇਸ ਦੇ ਜੋ ਯੂਨਿਟਸ ਹੈ ਉਸ ਦੇ ਵਿੱਚ ਕਿਊਬਿਕ ਅਸੀਂ ਲਗਾ ਕੇ ਆਉਣਾ ਹੈ, CUBIC ਕਿਊਬਿਕ। ਤੇ ਕਿਉਂਕਿ ਸਾਡੇ ਕੋਲ ਸਾਰੇ ਡਾਇਮੈਂਸ਼ਨਸ ਲੈਂਥ, ਬ੍ਰੈਡਥ ਔਰ ਹਾਈਟ ਸੈਂਟੀਮੀਟਰ ਦੇ ਵਿੱਚ ਗਿਵਨ ਹੈ ਤਾਂ ਅਸੀਂ ਸੈਂਟੀਮੀਟਰ ਲਿਖਾਂਗੇ। ਤਾਂ 1200 ਕਿਊਬਿਕ ਸੈਂਟੀਮੀਟਰ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ। 20 ਦਾ ਅਸੀਂ 2 ਜੋ ਹੈ ਮਤਲਬ ਮਲਟੀਪਲਾਈ ਕੀਤਾ ਹੈ 10 ਦੇ 1 ਦੇ ਨਾਲ, ਠੀਕ ਹੈ। ਤੇ 2 1 ਦਾ 2 ਹੋ ਗਿਆ ਤੇ ਇਸ ਨੂੰ ਜੋ ਹੈ ਫਿਰ ਅਸੀਂ 6 ਨਾਲ ਕੀਤਾ, 12 ਆ ਗਿਆ। ਫਿਰ 20 ਦਾ ਜੋ 0 ਸੀ ਤੇ 10 ਦਾ ਜੋ 0 ਸੀ ਉਹ 12 ਦੇ ਨਾਲ ਲਗਾ ਦਿੱਤਾ ਹੈ। ਤਾਂ ਇੱਦਾਂ ਜੋ ਹੈ ਅਸੀਂ 1 ਬ੍ਰਿਕ ਦੀ ਵੋਲਿਊਮ ਫਾਈਂਡ ਆਊਟ ਕਰ ਲਈ ਹੈ, ਉਹ ਹੈ 1200 ਕਿਊਬਿਕ ਸੈਂਟੀਮੀਟਰ। ਹੁਣ ਸਾਡਾ ਕੁਐਸਚਨ ਕੀ ਸੀ, ਸਾਨੂੰ ਜੋ ਹੈ ਨੰਬਰ ਆਫ ਬ੍ਰਿਕਸ ਕੱਢਣੀਆਂ ਸੀ ਟਰੋਲੀ ਦੇ ਅੰਦਰ, ਵੀ ਟਰੋਲੀ ਦੇ ਵਿੱਚ ਕਿੰਨੀਆਂ ਬ੍ਰਿਕਸ ਨੇ, ਟਰੋਲੀ ਦੇ ਵਿੱਚ ਕਿੰਨੀਆਂ ਬ੍ਰਿਕਸ ਆ ਸਕਦੀਆਂ ਨੇ, ਠੀਕ ਹੈ। ਇਹ ਸਾਨੂੰ ਫਾਈਂਡ ਆਊਟ ਕਰਨਾ ਹੈ। ਤਾਂ ਨੰਬਰ ਆਫ ਬ੍ਰਿਕਸ ਇਨ ਦਾ ਟਰੋਲੀ, ਇਸ ਦਾ ਜੋ ਮੈਥਡ ਹੋਏਗਾ ਜਾਂ ਜੋ ਫਾਰਮੂਲਾ ਹੋਏਗਾ ਉਹ ਕੀ ਹੈ, ਅਸੀਂ ਟਰੋਲੀ ਦੀ ਵੋਲਿਊਮ ਨੂੰ ਡਿਵਾਈਡ ਕਰਾਂਗੇ ਵੋਲਿਊਮ ਆਫ 1 ਬ੍ਰਿਕ ਦੇ ਨਾਲ। ਯਾਨੀ ਕਿ ਜੋ ਟਰੋਲੀ ਦੀ ਜੋ ਵੋਲਿਊਮ ਆਈ ਹੈ ਉਸ ਨੂੰ ਅਸੀਂ ਡਿਵਾਈਡ ਕਰਾਂਗੇ ਵੋਲਿਊਮ ਆਫ 1 ਬ੍ਰਿਕ ਦੇ ਨਾਲ। ਹਾਂਜੀ, ਵੋਲਿਊਮ ਆਫ ਟਰੋਲੀ ਕੀ ਆਈ ਹੈ ਸਾਡੇ ਕੋਲ 48 ਲੱਖ ਕਿਊਬਿਕ ਸੈਂਟੀਮੀਟਰ। ਇਹ ਅਸੀਂ ਉੱਪਰ ਫਾਈਂਡ ਆਊਟ ਕੀਤੀ ਹੈ ਨਾ ਹੁਣੇ, ਵੀ ਟਰੋਲੀ ਦੀ ਵੋਲਿਊਮ ਕਿੰਨੀ ਸੀ 48 ਲੱਖ ਕਿਊਬਿਕ ਸੈਂਟੀਮੀਟਰ। ਤੇ 1 ਬ੍ਰਿਕ ਦੀ ਜੋ ਵੋਲਿਊਮ ਹੈ ਉਹ ਕਿੰਨੀ ਹੈ 1200 ਕਿਊਬਿਕ ਸੈਂਟੀਮੀਟਰ। ਹਾਂਜੀ, ਹੁਣ ਡਿਵਾਈਡ ਕਿਸ ਤਰ੍ਹਾਂ ਕਰਨਾ ਹੈ ਇਹ ਸਮਝ ਲਓ। ਦੇਖੋ ਜੋ 1200 ਦੀ ਇਹ 2 ਜ਼ੀਰੋਜ਼ ਹੈ, ਇਹ ਜੋ ਹੈ ਕੱਟ ਹੋ ਜਾਣਗੀਆਂ 48 ਲੱਖ ਦੀ 2 ਜ਼ੀਰੋਜ਼ ਦੇ ਨਾਲ। ਦੇਖੋ ਅਸੀਂ ਜੋ ਜ਼ੀਰੋਜ਼ ਦੀ ਕਟਿੰਗ ਕਰਨੀ ਹੁੰਦੀ ਹੈ ਉਹ ਅਸੀਂ ਰਾਈਟ ਸਾਈਡ ਤੋਂ ਕਰਨੀ ਹੁੰਦੀ ਹੈ, ਠੀਕ ਹੈ। ਇਹ ਨਾ ਕਰਨਾ ਕਿ ਤੁਸੀਂ 48 ਦੀ ਇਹ ਅੱਗੇ ਵਾਲੀ 2 ਜ਼ੀਰੋਜ਼ ਕੈਂਸਲ ਕਰ ਦਿਓ, ਠੀਕ ਹੈ, ਇਹ ਰੋਂਗ ਹੁੰਦਾ ਹੈ। ਤੁਸੀਂ ਜੋ 48 ਲੱਖ ਦੀ ਜੋ ਪਿੱਛੇ ਵਾਲੀ ਜੋ ਰਾਈਟ ਸਾਈਡ ਵਾਲੀ ਜੋ ਜ਼ੀਰੋਜ਼ ਹੈ ਉਹੀ ਤੁਸੀਂ ਜੋ ਹੈ ਕੱਟ ਕਰਨੀਆਂ ਨੇ, ਠੀਕ ਹੈ। ਤਾਂ 1200 ਦੀ 2 ਜ਼ੀਰੋਜ਼ 48 ਲੱਖ ਦੀ 2 ਜ਼ੀਰੋਜ਼ ਦੇ ਨਾਲ ਕੈਂਸਲ ਹੋ ਗਈਆਂ। ਹੁਣ ਦੇਖੋ 12 ਦੇ ਟੇਬਲ ਤੇ 48 ਆਂਦਾ ਹੈ ਤੇ 48 ਆਂਦਾ ਹੈ 12 ਦੇ ਟੇਬਲ ਤੇ 4 ਤੇ, ਠੀਕ ਹੈ। ਤੇ ਇਸ ਤੋਂ ਬਾਅਦ ਹੁਣ 12 4 ਦਾ 48 ਹੋ ਗਿਆ। ਕਿੰਨੀ ਜ਼ੀਰੋਜ਼ ਰਹਿ ਗਈਆਂ ਸੀ, ਦੇਖੋ 1 2 3 2 ਜ਼ੀਰੋਜ਼ ਤਾਂ 48 ਲੱਖ ਦੀ ਕੱਟ ਹੋ ਚੁੱਕੀਆਂ ਹੈ ਪਹਿਲਾਂ ਹੀ, ਤੇ ਕਿੰਨੀ ਜ਼ੀਰੋਜ਼ ਪਿੱਛੇ ਰਹਿ ਗਈਆਂ ਸੀ। ਦੇਖੋ ਫਿਰ ਤੋਂ ਮੈਂ ਜੋ ਹੈ ਇੱਕ ਵਾਰੀ ਕਰਕੇ ਦਿਖਾਣਾ ਹਾਂ ਤੁਹਾਨੂੰ। ਹਾਂਜੀ, 1200 ਦੀ ਜੋ 2 ਜ਼ੀਰੋਜ਼ ਹੈ, ਇੱਕ ਮਿੰਟ ਜ਼ਰਾ। ਹਾਂਜੀ, ਇਹ 48 ਲੱਖ ਦੀ 2 ਜ਼ੀਰੋਜ਼ ਦੇ ਨਾਲ ਰਾਈਟ ਸਾਈਡ ਤੋਂ ਜੋ ਹੈ ਕੈਂਸਲ ਆਊਟ ਹੋ ਗਈਆਂ, ਠੀਕ ਹੈ। ਇਸ ਤੋਂ ਬਾਅਦ 12 4 ਦਾ 48 ਹੋ ਗਿਆ। ਤੇ ਹੁਣ ਕਿੰਨੀਆਂ ਜ਼ੀਰੋਜ਼ ਜੋ ਹੈ ਰਹਿੰਦੀਆਂ ਹੈ 48 ਦੇ ਨਾਲ 1 2 ਅਤੇ 3 ਜ਼ੀਰੋਜ਼ ਰਹਿ ਗਈਆਂ ਹੈ ਨਾ 48 ਦੇ ਨਾਲ, ਕਿਉਂਕਿ 2 ਜ਼ੀਰੋਜ਼ ਤਾਂ 1200 ਦੀ 2 ਜ਼ੀਰੋਜ਼ ਦੇ ਨਾਲ ਕੈਂਸਲ ਹੋ ਗਈਆਂ ਸੀ। ਹਾਂਜੀ, ਤਾਂ ਇਹ ਜੋ ਕਿਊਬਿਕ ਸੈਂਟੀਮੀਟਰ ਹੈ 48 ਲੱਖ ਦੇ ਨਾਲ, ਉਹ ਜੋ ਹੈ 1200 ਦੇ ਨਾਲ ਜੋ ਕਿਊਬਿਕ ਸੈਂਟੀਮੀਟਰ ਹੈ ਉਸ ਦੇ ਨਾਲ ਕੈਂਸਲ ਆਊਟ ਹੋ ਜਾਏਗਾ। ਤਾਂ 2 ਜ਼ੀਰੋਜ਼ ਔਰ ਕਿਊਬਿਕ ਸੈਂਟੀਮੀਟਰ ਜੋ ਹੈ ਉਹ ਜੋ ਹੈ ਆਪਸ ਦੇ ਵਿੱਚ ਕੱਟ ਹੋ ਚੁੱਕਿਆ ਹੈ। ਹਾਂਜੀ, ਕਿਊਬਿਕ ਸੈਂਟੀਮੀਟਰ 48 ਲੱਖ ਦਾ ਔਰ 1200 ਦਾ ਜੋ ਕਿਊਬਿਕ ਸੈਂਟੀਮੀਟਰ ਹੈ ਇਹ ਆਪਸ ਦੇ ਵਿੱਚ ਕੈਂਸਲ ਆਊਟ ਹੋ ਗਏ ਹੈ। ਹੁਣ ਅਸੀਂ ਜੋ ਹੈ ਨੰਬਰ ਆਫ ਬ੍ਰਿਕਸ ਇਨ ਦਾ ਟਰੋਲੀ ਫਾਈਂਡ ਆਊਟ ਕਰਨੀਆਂ ਸੀ, ਵੀ ਟਰੋਲੀ ਦੇ ਅੰਦਰ ਕਿੰਨੀਆਂ ਬ੍ਰਿਕਸ ਯਾਨੀ ਕਿ ਇੱਟਾਂ ਆ ਸਕਦੀਆਂ ਹੈ। ਤਾਂ ਦੇਖੋ ਸਾਡੇ ਕੋਲ ਆਨਸਰ ਆਇਆ ਹੈ 4000। ਇਟ ਮੀਨਸ ਕਿ ਟਰੋਲੀ ਦੇ ਅੰਦਰ ਜੋ ਹੈ 4000 ਬ੍ਰਿਕਸ ਯਾਨੀ ਕਿ 4000 ਜੋ ਹੈ ਬ੍ਰਿਕਸ ਜਾਂ ਫਿਰ 4000 ਇੱਟਾਂ ਕਹਿ ਸਕਦੇ ਹਾਂ, ਉਹ ਜੋ ਹੈ ਟਰੋਲੀ ਦੇ ਵਿੱਚ ਆ ਸਕਦੀਆਂ ਨੇ। ਹਾਂਜੀ, ਐਕਸਰਸਾਈਜ਼ 9.1 ਦਾ ਕੁਐਸਚਨ ਨੰਬਰ 13 ਹੈ। ਇਹ ਫਿਲ ਇਨ ਦਾ ਬਲੈਂਕਸ ਹੈ ਤੇ ਫਾਰਮੂਲੇ ਬੇਸਡ ਇਹ ਜੋ ਹੈ ਕੁਐਸਚਨ ਹੈ। ਵੋਲਿਊਮ ਆਫ ਕਿਊਬ ਕੀ ਹੁੰਦਾ ਹੈ ਇਹ ਅਸੀਂ ਪੜ੍ਹਿਆ ਹੋਇਆ ਹੈ, ਵੀ ਜੋ ਕਿਊਬ ਹੁੰਦਾ ਹੈ ਉਸ ਦੇ ਵਿੱਚ ਸਾਰੀ ਸਾਈਡਸ ਬਰਾਬਰ ਹੁੰਦੀਆਂ ਨੇ
ਤੇ ਵੋਲਿਊਮ ਆਫ ਕਿਊਬ ਕੀ ਹੋਏਗਾ, ਸਾਈਡ ਮਲਟੀਪਲਾਈਡ ਬਾਈ ਸਾਈਡ। ਤਾਂ ਵੋਲਿਊਮ ਆਫ ਕਿਊਬ ਕੀ ਹੈ, ਸਾਈਡ ਮਲਟੀਪਲਾਈਡ ਬਾਈ ਸਾਈਡ। ਹਾਂਜੀ, ਸੈਕਿੰਡ ਹੈ ਫਿਲ ਇਨ ਦਾ ਬਲੈਂਕਸ, ਵੋਲਿਊਮ ਆਫ ਕਿਊਬੋਇਡ। ਇਹ ਅਸੀਂ ਜੋ ਫਾਰਮੂਲਾ ਹੈ ਕਈ ਵਾਰ ਯੂਜ਼ ਕਰ ਚੁੱਕੇ ਹਾਂ। ਕਿਊਬੋਇਡ ਦੀ ਵੋਲਿਊਮ ਕੀ ਹੁੰਦੀ ਹੈ, ਲੈਂਥ ਮਲਟੀਪਲਾਈਡ ਬਾਈ ਬ੍ਰੈਡਥ ਮਲਟੀਪਲਾਈਡ ਬਾਈ ਹਾਈਟ। ਤਾਂ ਥਰਡ ਹੈ ਜੀ ਲਾਸਟ, ਦ ਸਪੇਸ ਓਕਿਊਪਾਈਡ ਬਾਈ ਅ ਸੋਲਿਡ ਇਜ਼ ਕਾਲਡ ਡੈਸ਼। ਤਾਂ ਜੋ ਇੱਕ ਸੋਲਿਡ ਹੈ ਉਸਦੇ, ਦੇਖੋ ਓਕਿਊਪਾਈ ਦਾ ਮੀਨਿੰਗ ਹੁੰਦਾ ਹੈ ਵੀ ਘੇਰਨਾ ਕਿਸੇ ਚੀਜ਼ ਨੂੰ, ਠੀਕ ਹੈ। ਵੀ ਕੋਈ ਸੋਲਿਡ ਹੈ, ਸੋਲਿਡ ਮੀਨਸ ਹੁੰਦਾ ਹੈ ਵੀ ਕੋਈ ਵੀ ਜੋ ਹੈ ਇੱਦਾਂ ਦਾ ਓਬਜੈਕਟ ਹੈ ਜਿਸ ਨੂੰ ਕਿ ਅਸੀਂ ਥੋੜ੍ਹਾ ਜਿਹਾ ਹਾਰਡ ਮੰਨ ਸਕਦੇ ਹਾਂ, ਜਿਸ ਨੂੰ ਕਿ ਅਸੀਂ ਟੱਚ ਕਰ ਸਕਦੇ ਹਾਂ, ਥੋੜ੍ਹਾ ਉਹ ਟੱਚ ਕਰਨ ਦੇ ਵਿੱਚ ਹਾਰਡ ਹੋਏ, ਠੀਕ ਹੈ। ਹਾਂਜੀ, ਤਾਂ ਕੋਈ ਸੋਲਿਡ ਅਗਰ ਕੋਈ ਸਪੇਸ ਨੂੰ ਓਕਿਊਪਾਈ ਕਰ ਰਿਹਾ ਹੈ, ਸਪੇਸ ਨੂੰ ਓਕਿਊਪਾਈ ਕਰਨ ਦਾ ਮੀਨਿੰਗ ਕੀ ਹੈ ਵੀ ਕਿਸੇ ਜਗ੍ਹਾ ਨੂੰ ਘੇਰਨਾ। ਸਪੇਸ ਹੁੰਦਾ ਹੈ ਜਗ੍ਹਾ ਜਾਂ ਥਾਂ, ਠੀਕ ਹੈ। ਓਕਿਊਪਾਈ ਹੁੰਦਾ ਹੈ ਉਸਨੂੰ ਘੇਰਨਾ। ਤੇ ਕੋਈ ਅਗਰ ਸੋਲਿਡ ਜੋ ਹੈ ਅਗਰ ਕਿਸੇ ਥਾਂ ਨੂੰ ਜਾਂ ਕਿਸੇ ਜਗ੍ਹਾ ਨੂੰ ਓਕਿਊਪਾਈ ਕਰ ਰਿਹਾ ਹੈ, ਯਾਨੀ ਕਿ ਘੇਰ ਰਿਹਾ ਹੈ, ਤਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ, ਸੋਲਿਡ ਦੀ, ਉਸਨੂੰ ਅਸੀਂ ਸੋਲਿਡ ਦੀ ਵੋਲਿਊਮ ਕਹਿੰਦੇ ਹਾਂ। ਦ ਸਪੇਸ ਓਕਿਊਪਾਈਡ ਬਾਈ ਅ ਸੋਲਿਡ ਇਜ਼ ਕਾਲਡ ਵੋਲਿਊਮ। ਵੀ ਸੋਲਿਡ ਅਗਰ ਕਿਸੇ ਜਗ੍ਹਾ ਨੂੰ ਜਾਂ ਕਿਸੇ ਥਾਂ ਨੂੰ ਅਗਰ ਘੇਰਦਾ ਹੈ ਤਾਂ ਉਸਨੂੰ ਜੋ ਹੈ ਅਸੀਂ ਸੋਲਿਡ ਦੀ ਵੋਲਿਊਮ ਕਹਿੰਦੇ ਹਾਂ।